हाँ जी, साਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਨਮਸਕਾਰ। ਤੁਹਾਡਾ ਇਸ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਜਿਹੜੀ ਵੀਡੀਓ ਹੈ ਜੀ ਉਹਨਾਂ ਵੀਰਾਂ ਦੇ ਵਾਸਤੇ ਬਣਾਈ ਜਾ ਰਹੀ ਹੈ ਜਿਹੜੇ ਕਿ ਬਹੁਤ ਸਾਨੂੰ ਵਾਰ-ਵਾਰ ਕਮੈਂਟ ਕਰਕੇ ਪੁੱਛਦੇ ਹਨ ਕਿ ਜੇ ਇਟਲੀ ਦੇ ਵਿੱਚ ਆਉਣਾ ਹੋਵੇ ਤੇ ਇਹਦੇ ਬਾਰੇ ਕੀ ਪ੍ਰੋਸੀਜਰ ਹੈ, ਕੀ ਡਾਕੂਮੈਂਟ ਚਾਹੀਦੇ ਹਨ ਤੇ ਕਿਵੇਂ ਆਪਾਂ ਇਟਲੀ ਦੇ ਵਿੱਚ ਆ ਸਕਦੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਪੂਰੀ ਗੱਲਬਾਤ ਕਰੀਏ, ਤੁਹਾਨੂੰ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਸਵਿਚ ਜ਼ਰੂਰ ਦਬਾ ਲਓ ਤਾਂ ਕਿ ਜਿਹੜੀਆਂ ਨੈਕਸਟ ਵੀਡੀਓ ਵੀ ਇਹੋ ਜਿਹੀਆਂ ਯੂਰਪ ਤੋਂ ਆਉਣ ਸਿੱਧੀਆਂ ਹੀ ਤੁਹਾਡੇ ਤੱਕ ਉਹ ਪਹੁੰਚ ਸਕਣ। ਬਾਕੀ ਇੱਥੇ ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸ ਦਈਏ ਕਿ ਜਿੱਦਾਂ ਕਿ ਇਟਲੀ ਦੀ ਜਿਹੜੀ ਆਬਾਦੀ ਹੈ 6 ਕਰੋੜ ਦੀ ਆਬਾਦੀ ਹੈ ਅਤੇ ਤਕਰੀਬਨ ਇੱਥੇ 5 ਕਰੋੜ ਟੂਰਿਸਟ ਜਿਹੜਾ ਹੈ ਜੀ ਹਰ ਸਾਲ ਇਟਲੀ ਦੇ ਵਿੱਚ ਆਉਂਦਾ ਹੈ। ਮਤਲਬ ਜਿੰਨੀ ਆਬਾਦੀ ਹੈ ਉਹਦੇ ਤਕਰੀਬਨ ਆਸ-ਪਾਸ ਹੀ ਬੰਦਾ ਜਿਹੜਾ ਬਾਹਰਲੇ ਦੇਸ਼ਾਂ ਤੋਂ ਇੱਥੇ ਘੁੰਮਣ ਫਿਰਨ ਦੇ ਵਾਸਤੇ ਆਉਂਦਾ ਹੈ। ਇਸ ਕਰਕੇ ਜਿਹੜੀ ਇਟਲੀ ਦੀ ਅਰਥ ਵਿਵਸਥਾ ਹੈ ਇਹ ਟੂਰਿਸਟ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਹੁਣ ਕਰੋਨਾ ਵਾਇਰਸ ਦੀ ਵਜ੍ਹਾ ਦੇ ਨਾਲ ਇਟਲੀ ਨੂੰ ਵੀ ਬਹੁਤ ਸਾਰਾ ਜਿਹੜਾ ਘਾਟਾ ਜੀ ਇਸ ਚੀਜ਼ ਦਾ ਪੈ ਚੁੱਕਾ ਹੈ। ਬਾਕੀ ਇਸ ਤੋਂ ਇਲਾਵਾ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਕਿ ਇਟਲੀ ਦੇ ਅੰਦਰ 2 ਦੇਸ਼ ਜਿਹੜੇ ਹਨ ਹੋਰ ਵੱਸਦੇ ਹਨ। ਇੱਕ ਦਾ ਨਾਮ ਹੈ ਸਾਨ ਮਾਰੀਨੋ ਅਤੇ ਦੂਸਰੇ ਦਾ ਨਾਮ ਹੈ ਵੈਟੀਕਨ ਸਿਟੀ। ਬਹੁਤ ਛੋਟੇ ਦੇਸ਼ ਹਨ। ਫਿਲਹਾਲ ਆਪਾਂ ਚੱਲਦੇ ਹਾਂ ਜੀ ਇਟਲੀ ਦੇ ਉੱਪਰ। ਆਪਣਾ ਜਿਹੜਾ ਅੱਜ ਦਾ ਸਾਰਾ ਧਿਆਨ ਹੈ ਇਟਲੀ ਦੇ ਉੱਤੇ ਹੀ ਆਪਾਂ ਲਾਵਾਂਗੇ। ਪਹਿਲਾਂ ਤੁਹਾਨੂੰ ਇੱਕ ਚੀਜ਼ ਦੱਸ ਦਈਏ ਕਿ ਜਿਹੜਾ ਇਟਲੀ ਹੈ ਇਸਦਾ ਜਿਹੜਾ ਖੇਤਰਫਲ ਹੈ ਜੀ 3 ਲੱਖ ਸਕੁਅਰ ਕਿਲੋਮੀਟਰ ਦੇ ਆਸ-ਪਾਸ ਪੈਂਦਾ ਹੈ। ਜੇ ਆਪਾਂ ਦੇਖੀਏ ਤਾਂ ਆਪਣੇ ਰਾਜਸਥਾਨ ਥੋੜ੍ਹਾ ਜਿਹਾ ਇਟਲੀ ਤੋਂ ਵੱਡਾ ਹੈ। ਹੁਣ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਪੂਰੀਆਂ ਚੀਜ਼ਾਂ ਦੱਸਾਂਗੇ ਜੋ ਚੀਜ਼ਾਂ ਤੁਹਾਨੂੰ ਇੱਥੇ ਇਟਲੀ ਆਉਣ ਦੇ ਵਾਸਤੇ ਚਾਹੀਦੀਆਂ ਹਨ, ਕਿਹੜੇ ਡਾਕੂਮੈਂਟ ਤੁਸੀਂ ਬਣਾਉਣੇ ਹਨ। ਜਦੋਂ ਸਾਰਾ ਕੁਝ ਕੰਪਲੀਟ ਹੋ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ। ਇਸ ਕਰਕੇ ਵੀਡੀਓ ਨੂੰ ਪੂਰਾ ਹੀ ਦੇਖਿਓ। ਸਭ ਤੋਂ ਪਹਿਲੇ ਜਿਹੜੀ ਚੀਜ਼ ਹੁੰਦੀ ਹੈ ਜੋ ਹੁੰਦੀ ਹੈ ਪਾਸਪੋਰਟ। ਤੁਹਾਡੇ ਕੋਲ ਇੱਕ ਵੈਲਿਡ ਪਾਸਪੋਰਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦੇ ਵਿੱਚ ਇਸ ਤਰ੍ਹਾਂ ਕਿ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਕਿ ਮੰਨ ਲਓ ਤੁਸੀਂ ਇਟਲੀ ਵਾਸਤੇ ਵੀਜ਼ਾ ਅਪਲਾਈ ਕਰਦੇ ਹੋ। ਜਦੋਂ ਤੁਸੀਂ ਇਟਲੀ ਵਿੱਚ ਵੀਜ਼ਾ ਲੈ ਕੇ ਆ ਜਾਂਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਜਦੋਂ ਇੰਡੀਆ ਵਾਸਤੇ ਜਹਾਜ਼ ਫੜਨਾ ਹੈ ਇੱਥੋਂ ਇਟਲੀ ਤੋਂ, ਤਾਂ ਉਸ ਟਾਈਮ ਵੀ ਜਿਹੜੀ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਹੈ ਘੱਟੋ ਘੱਟ 3 ਮਹੀਨੇ ਦੀ ਜਿਹੜੀ ਐਕਸਪਾਇਰੀ ਡੇਟ ਉਸਦੀ ਹੋਣੀ ਬਹੁਤ ਜ਼ਰੂਰੀ ਹੈ। ਇਸ ਚੀਜ਼ ਦਾ ਬਿਲਕੁਲ ਸਾਰੇ ਵੀਰ ਅਤੇ ਭੈਣਾਂ ਖਿਆਲ ਰੱਖਣ। ਇਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਗੂਗਲ ਦੇ ਉੱਤੇ ਜਾ ਕੇ ਇੱਕ ਫਾਰਮ ਡਾਊਨਲੋਡ ਕਰਨਾ ਪਏਗਾ ਜਿਹਦਾ ਨਾਮ ਹੁੰਦਾ ਹੈ ਐਪਲੀਕੇਸ਼ਨ ਫਾਰਮ। ਤੁਸੀਂ ਇਸ ਨੂੰ ਗੂਗਲ ਦੇ ਉੱਤੇ ਜਾ ਕੇ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਕਿ ਇਟਲੀ ਵੀਜ਼ਾ ਐਪਲੀਕੇਸ਼ਨ ਫਾਰਮ। ਇਸ ਨੂੰ PDF ਦੇ ਵਿੱਚ ਡਾਊਨਲੋਡ ਕਰਕੇ ਤੁਸੀਂ ਇਸ ਦਾ ਸਟੈਂਪ ਕਢਵਾ ਸਕਦੇ ਹੋ। ਇਸ ਦਾ ਜਿਹੜਾ ਪ੍ਰਿੰਟ ਆਊਟ ਹੁੰਦਾ ਹੈ ਜੀ ਉਸ ਨੂੰ ਕਢਵਾ ਕੇ ਤੁਸੀਂ ਇਸ ਨੂੰ ਫਿਲ ਕਰ ਲੈਣਾ ਹੈ। ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੀ ਐਪਲੀਕੇਸ਼ਨ ਹੋਏਗੀ ਉਹ ਸ਼ੈਂਗਨ ਵੀਜ਼ਾ ਦੇ ਵਾਸਤੇ ਹੋਏਗੀ ਅਤੇ ਜਿਹੜਾ ਫਾਰਮ ਹੋਏਗਾ ਬਿਲਕੁਲ ਤੁਹਾਨੂੰ ਫ੍ਰੀ ਦੇ ਵਿੱਚ ਡਾਊਨਲੋਡ ਹੋਏਗਾ। ਇਸ ਫਾਰਮ ਦੇ ਵਿੱਚ ਤੁਹਾਡਾ ਸਰਨੇਮ ਲਿਖਿਆ ਜਾਏਗਾ, ਉਸ ਤੋਂ ਬਾਅਦ ਤੁਹਾਡਾ ਨਾਮ ਆਏਗਾ ਜੋ ਵੀ ਤੁਹਾਡਾ ਬਰਥ ਸਰਟੀਫਿਕੇਟ ਦੇ ਹਿਸਾਬ ਦੇ ਨਾਲ ਹੋਏਗਾ। ਫਿਰ ਉਸ ਦੇ ਵਿੱਚ ਫਸਟ ਨੇਮ ਆਏਗਾ, ਸੈਕੰਡ ਨੇਮ ਆਏਗਾ, ਡੇਟ ਆਫ ਬਰਥ ਜਿਹੜੀ ਆਏਗੀ, ਪਲੇਸ ਆਫ ਬਰਥ ਇਸ ਦੇ ਵਿੱਚ ਆਏਗਾ, ਕੰਟਰੀ ਆਫ ਬਰਥ ਜਿਹੜਾ ਹੁੰਦਾ ਹੈ ਜੀ, ਕਰੰਟ ਨੈਸ਼ਨੈਲਿਟੀ ਤੁਹਾਡੀ ਕੀ ਚੱਲਦੀ ਹੈ ਅਤੇ ਇਸ ਟਾਈਮ ਤੁਸੀਂ ਕਿਸ ਦੇਸ਼ ਦੇ ਨਾਗਰਿਕ ਹੋ ਉਹ ਵੀ ਵਿੱਚ ਲਿਖਣਾ ਪਏਗਾ। ਬਾਕੀ ਹੋਰ ਜੇ ਕੋਈ ਨੈਸ਼ਨੈਲਿਟੀ ਤੁਹਾਡੇ ਕੋਲ ਹੈ ਉਹ ਵੀ ਲਿਖਣਾ ਪਏਗਾ, ਤੁਸੀਂ ਮੇਲ ਹੋ ਫੀਮੇਲ ਹੋ। ਬਾਕੀ ਸਿਵਲ ਸਟੇਟਸ ਹੁੰਦਾ ਹੈ ਜੀ, ਤੁਸੀਂ ਸਿੰਗਲ ਹੋ ਜਾਂ ਵਿਆਹੇ ਹੋਏ ਹੋ ਜਾਂ ਮਤਲਬ ਤਲਾਕਸ਼ੁਦਾ ਹੋ ਜਾਂ ਕਿਸ ਤਰ੍ਹਾਂ ਦਾ ਵੀ ਤੁਹਾਡਾ ਜਿਹੜਾ ਸਿਵਲ ਸਟੇਟਸ ਹੈ। ਉਸ ਤੋਂ ਬਾਅਦ ਹੋਰ ਆਉਂਦਾ ਹੈ ਜੀ ਇੱਕ ਪੈਰੈਂਟਲ ਅਥਾਰਟੀ ਹੁੰਦਾ, ਦੂਜਾ ਹੁੰਦਾ ਜੀ ਨੈਸ਼ਨਲ ਆਈਡੈਂਟੀ ਨੰਬਰ। ਉਸ ਤੋਂ ਬਾਅਦ ਨੰਬਰ ਆਫ ਆ ਜਾਂਦਾ ਹੈ ਟਰੈਵਲ ਡਾਕੂਮੈਂਟ, ਡੇਟ ਆਫ ਇਸ਼ੂਜ਼ ਦਾ ਜੋ ਵੀ ਹੋਏਗਾ। ਉਸ ਤੋਂ ਬਾਅਦ ਇੱਕ ਉਸ ਬੰਦੇ ਦਾ ਡਾਟਾ ਆਏਗਾ ਇਸ ਦੇ ਵਿੱਚ, ਜਿਹੜਾ ਬੰਦਾ ਮੰਨ ਲਓ ਕਿ ਤੁਸੀਂ ਇੰਡੀਆ ਵਿੱਚ ਰਹਿ ਰਹੇ ਹੋ ਅਤੇ ਤੁਹਾਡਾ ਕੋਈ ਬ੍ਰਦਰ ਹੈ ਜਾਂ ਕੋਈ ਸਿਸਟਰ ਹੈ ਜਿਹੜੀ ਕਿ ਇਟਲੀ ਦੇ ਵਿੱਚ ਮਤਲਬ ਉੱਥੋਂ ਦੀ ਸਿਟੀਜ਼ਨਸ਼ਿਪ ਉਹਨਾਂ ਨੇ ਲੈ ਲਈ ਹੈ, ਮਤਲਬ ਉੱਥੋਂ ਦੇ ਨਾਗਰਿਕ ਜਿਹੜੇ ਉਹ ਬਣ ਚੁੱਕੇ ਹਨ ਇਟਲੀ ਦੇ, ਅਤੇ ਉਹਨਾਂ ਦਾ ਜਿਹੜਾ ਨਾਮ ਹੈ ਜੀ ਉਹਨਾਂ ਦਾ ਪੂਰਾ ਡਾਟਾ ਜਿਹੜਾ ਨੇਮ, ਸਰਨੇਮ, ਡੇਟ ਆਫ ਬਰਥ, ਨੈਸ਼ਨੈਲਿਟੀ, ਜਿਹੜਾ ਉਹਨਾਂ ਦਾ ਨੰਬਰ ਹੋਏਗਾ, ਟਰੈਵਲ ਡਾਕੂਮੈਂਟ ਜਿੱਦਾਂ ID ਕਾਰਡ ਜਿਹਨੂੰ ਆਪਾਂ ਕਾਰ ਦਾ ਆਈਡੈਂਟੀਟੀ ਵਗੈਰਾ ਕਹਿ ਸਕਦੇ ਹਾਂ, ਇਹਨਾਂ ਚੀਜ਼ਾਂ ਦਾ ਜੋ ਵੀ ਹੋਏਗਾ ਡਾਕੂਮੈਂਟ ਉਹਨਾਂ ਦੇ ਉਹ ਤੁਹਾਨੂੰ ਫਿਲ ਕਰਨੇ ਪੈਣਗੇ। ਇਸ ਤੋਂ ਬਾਅਦ ਜਿਹੜਾ ਐਪਲੀਕੈਂਟ ਹੋਏਗਾ ਜੀ ਉਹਦੇ ਘਰ ਦਾ ਐਡਰੈਸ, ਈਮੇਲ ਐਡਰੈਸ, ਅਤੇ ਇਸ ਤੋਂ ਇਲਾਵਾ ਇੱਕ ਜਿੱਦਾਂ ਫੈਮਿਲੀ ਰਿਲੇਸ਼ਨਸ਼ਿਪ, ਜਿਹੜਾ ਵੀ ਬੰਦਾ ਇੱਥੇ ਇਟਲੀ ਦੇ ਵਿੱਚ ਤੁਹਾਡਾ ਹੋਏਗਾ ਜਿਸ ਨੂੰ ਕਿ ਸਿਟੀਜ਼ਨਸ਼ਿਪ ਮਿਲੀ ਹੋਈ ਹੈ ਉਹਦੇ ਨਾਲ ਤੁਹਾਡੇ ਫੈਮਿਲੀ ਰਿਲੇਸ਼ਨਸ਼ਿਪ ਜਿਹੜੇ ਹਨ ਉਹ ਕਿਸ ਤਰ੍ਹਾਂ ਹਨ। ਮਤਲਬ ਸਪੋਜ਼ ਹੈ ਤੁਹਾਡਾ ਪਤੀ ਹੈ, ਪਤਨੀ ਹੈ, ਤੁਹਾਡਾ ਬੱਚਾ ਹੈ ਜਾਂ ਤੁਹਾਡਾ ਪੋਤਾ ਹੈ, ਪੋਤੀ ਹੈ ਜਾਂ ਜੋ ਵੀ ਉਸਦੇ ਨਾਲ ਤੁਹਾਡਾ ਰਿਸ਼ਤਾ ਹੈ ਉਹ ਤੁਸੀਂ ਆਪਣੇ ਕੋਲੋਂ ਦੇ ਵਿੱਚ ਟਿਕ ਕਰਨਾ ਹੈ। ਫਿਰ ਆਉਂਦਾ ਜੀ ਟਰੈਵਲ ਡਾਕੂਮੈਂਟ, ਜਿੱਦਾਂ ਕਿ ਤੁਹਾਡੇ ਕੋਲ ਇੱਕ ਆਰਡੀਨਰੀ ਪਾਸਪੋਰਟ ਹੈ ਜਾਂ ਡਿਪਲੋਮੈਟਿਕ ਹੈ ਜਾਂ ਸਰਵਿਸ ਪਾਸਪੋਰਟ ਹੈ, ਆਫੀਸ਼ੀਅਲ ਪਾਸਪੋਰਟ ਹੈ। ਇਸ ਤਰ੍ਹਾਂ ਜੋ ਵੀ ਹੈ ਜੀ ਇੱਕ ਫਾਰਮ ਦੇ ਵਿੱਚ 18-20 ਕਾਲਮ ਹੁੰਦੇ ਹਨ ਜਿਹੜੇ ਤੁਸੀਂ ਸਾਰੇ ਹੀ ਫਿਲ ਕਰਨੇ ਹਨ। ਉਸ ਤੋਂ ਬਾਅਦ ਤੁਹਾਨੂੰ 2 ਫੋਟੋਆਂ ਚਾਹੀਦੀਆਂ ਹਨ ਜਿਹੜੀਆਂ ਕਿ ਜ਼ਿਆਦਾ ਪੁਰਾਣੀਆਂ ਨਹੀਂ ਹੋਣੀਆਂ ਚਾਹੀਦੀਆਂ। ਉਹਨਾਂ ਜਿਹੜਾ ਸਾਈਜ਼ ਹੈ ਜੀ 3.5 ਸੈਂਟੀਮੀਟਰ × 4.5 ਸੈਂਟੀਮੀਟਰ। ਤੀਸਰੇ ਨੰਬਰ 'ਤੇ ਤੁਹਾਡੇ ਕੋਲ ਇੱਕ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਕਿ 3 ਮੰਥ ਦੀ ਜਿਹੜੀ ਐਕਸਪਾਇਰੀ ਡੇਟ ਹੈ ਜੀ ਉਸ 3 ਤੋਂ ਬਾਅਦ ਹੋਣੀ ਚਾਹੀਦੀ ਜਦੋਂ ਤੁਸੀਂ ਉਸ ਦੇਸ਼ ਨੂੰ ਛੱਡ ਕੇ ਵਾਪਸ ਆਪਣੇ ਦੇਸ਼ ਦੇ ਵਿੱਚ ਆਉਣਾ ਹੈ। ਬਾਕੀ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਕੋਲ ਪਹਿਲਾਂ ਕਿਤੇ ਨਾ ਕਿਤੇ ਦੇਸ਼ਾਂ ਦੇ ਵੀਜ਼ੇ ਵਗੈਰਾ ਹਨ ਤੁਸੀਂ ਉਹਨਾਂ ਦੀਆਂ ਜਿਹੜੀਆਂ ਕਾਪੀਆਂ ਹਨ ਉਹ ਵੀ ਤੁਸੀਂ ਲਾ ਸਕਦੇ ਹੋ ਨਾਲ, ਉਹਨਾਂ ਨੂੰ ਵੀ ਸੰਭਾਲ ਕੇ ਰੱਖ ਸਕਦੇ ਹੋ। ਇਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੁੰਦਾ ਜੀ ਉਹ ਹੁੰਦਾ ਜੀ ਪ੍ਰੂਫ ਆਫ ਅਕੋਮੋਡੇਸ਼ਨ।
ਮਤਲਬ ਰਿਹਾਇਸ਼ ਜਿਹੜੀ ਹੈ ਜੀ ਤੁਸੀਂ ਕਿੱਥੇ ਕਰੋਗੇ, ਇਹਦੇ ਵਾਸਤੇ ਤੁਹਾਨੂੰ ਜਿਹੜਾ ਹੈ ਜੀ ਪ੍ਰੂਫ ਦੇਣਾ ਪਏਗਾ। ਉਹ ਜਦੋਂ ਵੀ ਕੋਈ ਟਰੈਵਲ ਵੀਜ਼ੇ 'ਤੇ ਜਾਂ ਟੂਰਿਸਟ ਵੀਜ਼ੇ 'ਤੇ ਇਸ ਤਰ੍ਹਾਂ ਦੇਸ਼ਾਂ ਵਿੱਚ ਘੁੰਮਣ ਜਾਂਦਾ ਅਤੇ ਸਾਰਾ ਕੁਝ ਜਿਹੜਾ ਏਜੰਸੀਆਂ ਵਗੈਰਾ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਹੈ। ਇਹ ਸਾਰਾ ਕੰਮ ਜਿਹੜਾ ਹੈ ਜੀ ਉਹ ਹੀ ਲੋਕ ਕਰਵਾ ਦਿੰਦੇ ਹਨ ਕਿ ਹੋਟਲ ਦੀ ਬੁਕਿੰਗ ਵਗੈਰਾ, ਕਿੱਥੇ ਤੁਸੀਂ ਰਹਿਣਾ ਹੈ, ਕਿੱਥੇ ਜਾਣਾ ਹੈ, ਸਾਰੀ ਜਿਹੜੀ ਸੈਟਿੰਗ ਹੈ ਇਹ ਸਾਰਾ ਕੁਝ ਪਹਿਲਾਂ ਹੀ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਜਿਹੜਾ ਪ੍ਰੂਫ ਆਫ ਟਰੈਵਲ ਹੁੰਦਾ ਹੈ, ਜਿਹਦੇ ਵਿੱਚ ਜਿਹੜੀ ਰਾਊਂਡ ਟ੍ਰਿਪ ਫਲਾਈਟ ਇਟੀਨੇਰਰੀ ਜਿਹੜਾ ਹੁੰਦਾ ਹੈ ਜੀ, ਮਤਲਬ ਸਿੱਧੀ ਫਲਾਈਟ ਦਾ ਜਿਹੜਾ ਸਬੂਤ ਹੁੰਦਾ ਹੈ ਰਾਊਂਡ ਟ੍ਰਿਪ ਦਾ, ਜਿੱਦਾਂ ਆਉਣਾ ਅਤੇ ਜਾਣਾ, ਮਤਲਬ ਕਹਿ ਸਕਦੇ ਕਿ ਵਾਪਸੀ ਵਾਲੀ ਟਿਕਟ ਸਮੇਤ। ਉਸ ਤੋਂ ਬਾਅਦ ਇੱਕ ਹੋਰ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਉਹ ਹੁੰਦੀ ਹੈ ਸ਼ੈਂਗਨ ਟਰੈਵਲ ਵੀਜ਼ਾ ਇੰਸ਼ੋਰੈਂਸ। ਇਹਦੇ ਵਿੱਚ ਇਹ ਹੁੰਦਾ ਹੈ ਕਿ ਇਹ ਜਿਹੜਾ ਇੰਸ਼ੋਰੈਂਸ ਦਾ ਕਵਰ ਹੁੰਦਾ ਜੀ, ਜੋ ਤੁਸੀਂ ਇੱਥੇ ਯੂਰਪ ਦੇ ਵਿੱਚ ਆਉਂਦੇ ਹੋ ਜਾਂ ਇਟਲੀ ਵਿੱਚ ਵੀ ਆਉਂਦੇ ਹੋ, ਅਤੇ ਇਹ ਤੁਹਾਨੂੰ ਪੂਰੀ ਇਟਲੀ ਦੇ ਵਿੱਚ ਵੀ ਇੰਸ਼ੋਰੈਂਸ ਕਵਰ ਜਿਹੜਾ ਹੈ ਜੀ ਇਹ ਕਵਰ ਕਰਦਾ ਹੈ ਪੂਰੀ ਇਟਲੀ ਧਰਤੀ ਉੱਤੇ। ਅਤੇ ਇਹਦੇ ਨਾਲ ਹੀ ਜਿਹੜਾ ਪੂਰਾ ਸ਼ੈਂਗਨ ਏਰੀਆ ਹੁੰਦਾ ਹੈ। ਸ਼ੈਂਗਨ ਏਰੀਆ ਦਾ ਮਤਲਬ ਇਹ ਹੈ ਕਿ ਇਸ ਟਾਈਮ ਯੂਰਪ ਦੇ ਤਕਰੀਬਨ 27-28 ਦੇਸ਼ ਜਿਹੜੇ ਇਸ ਦੇ ਵਿੱਚ ਸ਼ਾਮਿਲ ਹਨ, ਅਤੇ ਸਾਰਿਆਂ ਦੇ ਵਿੱਚ ਤੁਹਾਨੂੰ ਇਹ ਕਵਰ ਕਰਦਾ ਹੈ ਇੰਸ਼ੋਰੈਂਸ ਜਿਹੜਾ ਹੁੰਦਾ ਹੈ। ਬਾਕੀ ਇਹਦੇ ਵਿੱਚ ਜਿਹੜਾ ਮਿਨੀਮਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਇਹ ਆਪਾਂ ਇੱਕ ਚੀਜ਼ ਦਾ ਖਿਆਲ ਰੱਖਣਾ ਹੈ, ਹੈਲਥ ਇੰਸ਼ੋਰੈਂਸ ਜਿਹੜਾ ਹੈ ਜੀ ਉਹ ਹੋਣਾ ਚਾਹੀਦਾ ਹੈ। ਬਾਕੀ ਸ਼ੈਂਗਨ ਜ਼ੋਨ ਦੇ ਵਾਸਤੇ ਜਿਹੜਾ ਘੱਟੋ ਘੱਟ ਮਿਨੀਮਮ ਹੈਲਥ ਇੰਸ਼ੋਰੈਂਸ ਹੈ ਜਿਹੜਾ ਕਿ ਇੱਥੇ ਮੰਨਿਆ ਜਾਂਦਾ ਹੈ। ਅਗਰ ਇਸ ਤੋਂ ਘੱਟ ਤੁਸੀਂ ਕਰਾਓਗੇ ਤਾਂ ਫਿਰ ਉਸ ਜਿਹੜੀ ਮਾਨਤਾ ਉਸ ਨੂੰ ਨਹੀਂ ਮਿਲੇਗੀ, ਫਿਰ ਦਿੱਕਤ ਆ ਸਕਦੀ ਹੈ। ਘੱਟ ਤੋਂ ਘੱਟ ਜਿਹੜੀ ਕੀਮਤ ਹੈ ਜੀ 30,000 ਯੂਰੋ ਤੱਕ ਦੀ ਜਿਹੜੀ ਮਿਨੀਮਮ ਹੈਲਥ ਇੰਸ਼ੋਰੈਂਸ ਹੋਣਾ ਚਾਹੀਦਾ ਹੈ, ਜਿਹੜੀ ਕਵਰੇਜ ਇਸ ਦੀ ਹੈ। ਬਾਕੀ ਇੱਕ ਚੀਜ਼ ਦਾ ਖਿਆਲ ਰੱਖਿਓ ਕਿ 30,000 ਯੂਰੋ ਦਾ ਅਗਰ ਤੁਸੀਂ ਇੰਸ਼ੋਰੈਂਸ ਕਰਾਉਂਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ 30,000 ਯੂਰੋ ਦੇਣਾ ਹੈ। ਜਿਹੜੇ ਤੁਹਾਨੂੰ ਪੈਸੇ ਦੇਣੇ ਪੈਣਗੇ ਉਹ ਤਾਂ ਬਹੁਤ ਘੱਟ ਪ੍ਰੀਮੀਅਮ ਹੋਏਗਾ। ਇਹ ਤਾਂ ਟੋਟਲ ਜਿਹੜਾ ਕਵਰ ਹੁੰਦਾ ਹੈ ਜੀ, ਆਪਾਂ ਉਸ ਦੀ ਗੱਲ ਕਰ ਰਹੇ ਹਾਂ। ਹੁਣ ਅਗਲੀ ਚੀਜ਼ ਆਉਂਦੀ ਹੈ ਕਿ ਫੰਡ ਵਗੈਰਾ, ਜਿੱਦਾਂ ਕਿ ਤੁਹਾਨੂੰ ਇੱਕ ਪ੍ਰੂਫ ਦਿਖਾਉਣਾ ਪਏਗਾ ਕਿ ਤੁਹਾਡੇ ਕੋਲ ਜਿਹੜੀ ਤੁਹਾਡੀ ਵਿੱਤੀ ਹਾਲਤ ਹੈ ਜੋ ਵਧੀਆ ਹੈ, ਮਤਲਬ ਤੁਸੀਂ ਜਿਹੜਾ ਜਿੰਨਾ ਟਾਈਮ ਵੀ ਤੁਸੀਂ ਉੱਥੇ ਵੀਜ਼ੇ ਵਾਸਤੇ ਅਪਲਾਈ ਕਰਦੇ ਹੋ ਤੁਸੀਂ ਉੱਥੇ ਰਹਿ ਸਕਦੇ ਹੋ। ਇਹਦੇ ਵਾਸਤੇ ਜੇ ਤੁਹਾਡੀ ਜਿਹੜੀ ਰਿਹਾਇਸ਼ ਹੈ, ਤੁਸੀਂ 5 ਦਿਨ ਦੇ ਵਾਸਤੇ ਅਗਰ ਇਟਲੀ ਦੇ ਵਿੱਚ ਆਉਂਦੇ ਹੋ ਤਾਂ ਇਹਦੇ ਵਾਸਤੇ 269 ਯੂਰੋ ਅਤੇ 60 ਸੈਂਟ ਜਿਹੜੇ ਹਨ ਤੁਹਾਡੇ ਕੋਲ ਉੱਦਾਂ ਇੱਕ ਓਵਰਆਲ ਅਮਾਊਂਟ ਹੁੰਦੀ ਹੈ। ਅਤੇ ਇਹਦੇ ਵਿੱਚ 212 ਯੂਰੋ 81 ਸੈਂਟ ਅਗਰ 2 ਬੰਦੇ ਆ ਰਹੇ ਹਨ ਤਾਂ ਉਹਨਾਂ ਵਾਸਤੇ ਪ੍ਰਤੀ ਬੰਦਾ ਇੰਨਾ ਖਰਚਾ ਪੈਂਦਾ ਹੈ। ਜੇ ਤੁਸੀਂ ਇਕੱਲੇ ਹੋ ਤਾਂ 270 ਯੂਰੋ ਤੁਸੀਂ ਮੰਨ ਕੇ ਚੱਲੋ। ਜੇ ਤੁਸੀਂ 6 ਤੋਂ ਲੈ ਕੇ 10 ਦਿਨ ਦੀ ਰਿਹਾਇਸ਼ ਬਣਾ ਕੇ ਇੱਥੇ ਆਉਣਾ ਚਾਹੁੰਦੇ ਹੋ ਤਾਂ ਇਹਦੇ ਵਾਸਤੇ 270 ਯੂਰੋ ਜਿਹੜੇ ਹਨ ਜੋ ਤੁਹਾਡੇ ਇੱਕ ਹੋ ਗਏ, ਅਤੇ ਉਸ ਤੋਂ ਇਲਾਵਾ 44 ਯੂਰੋ ਅਤੇ 93 ਸੈਂਟ ਤਕਰੀਬਨ 45 ਯੂਰੋ ਆਪਾਂ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਉਸ ਦੇ ਵਿੱਚ ਜੋੜ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਕਿੰਨੇ ਪੈਸੇ ਸ਼ੋਅ ਕਰਨੇ ਪੈਣਗੇ। ਅਗਰ 11 ਤੋਂ ਲੈ ਕੇ 20 ਦਿਨ ਦਾ ਪ੍ਰੋਗਰਾਮ ਇੱਥੇ ਆਉਣ ਦਾ ਬਣਿਆ ਹੈ ਤਾਂ ਤੁਸੀਂ 51 ਰੁਪਏ ਅਤੇ ਆਪਣੇ 51 ਪੁਆਇੰਟ ਅਤੇ 64 ਸੈਂਟ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਜੋੜ ਸਕਦੇ ਹੋ। ਜੇ 2 ਬੰਦੇ ਹਨ ਤਾਂ 25 ਯੂਰੋ ਅਤੇ 82 ਸੈਂਟ ਜਿਹੜੇ ਪ੍ਰਤੀ ਬੰਦੇ ਦੇ ਹਿਸਾਬ ਦੇ ਨਾਲ ਬਣਦੇ ਹਨ ਡੇਲੀ ਅਮਾਊਂਟ। ਜ਼ਿਆਦਾਤਰ ਲੋਕ ਜਿਹੜੇ ਆਉਂਦੇ ਹਨ 20 ਦਿਨ ਤੋਂ ਵੱਧ ਹੀ ਇੱਥੇ ਆ ਕੇ ਰਹਿੰਦੇ ਹਨ, ਤਕਰੀਬਨ 3 ਮਹੀਨੇ ਤੋਂ ਘੱਟ। ਅਤੇ ਜੇ ਆਪਾਂ ਨੋਰਮਲ ਗੱਲ ਕਰੀਏ 20 ਦਿਨਾਂ ਦੀ, 20 ਦਿਨਾਂ ਦੇ ਵਿੱਚ ਜਿਹੜੀ ਓਵਰਆਲ ਅਮਾਊਂਟ ਹੁੰਦੀ ਹੈ ਜੀ ਉਹ ਜਿੱਦਾਂ ਪ੍ਰਤੀ ਬੰਦੇ ਦੇ ਹਿਸਾਬ ਦੇ ਨਾਲ 206 ਰੁਪਏ ਅਤੇ 206 ਯੂਰੋ ਅਤੇ 58 ਸੈਂਟ ਇੱਕ ਬੰਦੇ ਦੀ ਅਮਾਊਂਟ 20 ਦਿਨ ਦੇ ਵਾਸਤੇ ਬਣਦੀ ਹੈ। ਇਹ ਵੱਖਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਸੀਂ ਜਿਹੜੇ ਦਿਨਾਂ ਦੇ ਹਿਸਾਬ ਦੇ ਨਾਲ 27 ਯੂਰੋ ਅਤੇ 99 ਸੈਂਟ ਪ੍ਰਤੀ ਬੰਦਾ ਜਿਹੜੇ ਹੈ ਉਹ ਵੱਖਰਾ ਹੋਣਾ ਚਾਹੀਦਾ ਹੈ। ਇਹ ਇਸ ਕਰਕੇ ਪੈਸੇ ਕੋਲ ਰੱਖਣੇ ਪੈਂਦੇ ਤਾਂ ਕਿ ਗੌਰਮੈਂਟ ਦੇਖੇ ਕਿ ਤੁਸੀਂ ਇੱਥੇ ਆ ਕੇ ਕੋਈ ਪ੍ਰੋਬਲਮ ਤੁਹਾਨੂੰ ਕੋਈ ਫੇਸ ਕਰਨੀ ਪਏ ਤਾਂ ਤੁਹਾਡੇ ਕੋਲ ਆਪਣਾ ਖਰਚਾ ਜਿਹੜਾ ਹੈ ਜੀ ਉਹ ਹੋਣਾ ਚਾਹੀਦਾ ਹੈ, ਤਾਂ ਕਿ ਇੱਥੇ ਜਿਹੜੇ ਤੁਸੀਂ ਵੀਜ਼ੇ ਦੇ ਦਿਨ ਹਨ ਉਹ ਸਪੈਂਡ ਕਰ ਸਕੋ। ਇਸ ਤੋਂ ਇਲਾਵਾ ਇੱਕ ਕਵਰ ਲੈਟਰ ਹੁੰਦਾ ਹੈ ਜਿਹਦੇ ਉੱਤੇ ਤੁਸੀਂ ਸਾਰਾ ਕੁਝ ਐਕਸਪਲੇਨ ਕਰਨਾ ਹੁੰਦਾ ਕਿ ਤੁਸੀਂ ਇਟਲੀ ਵਿੱਚ ਕਿਉਂ ਆ ਰਹੇ ਹੋ, ਕੀ ਇਹਦੇ ਪਿੱਛੇ ਮੰਤਵ ਹੈ, ਉਹ ਸਾਰੀ ਜਿਹੜੀ ਜਾਣਕਾਰੀ ਇਸ ਦੇ ਵਿੱਚ ਲਿਖਣੀ ਪੈਂਦੀ ਹੈ। ਇਸ ਤੋਂ ਬਾਅਦ ਜਿਹੜਾ ਪ੍ਰੂਫ ਆਫ ਸਿਵਲ ਸਟੇਟਸ ਹੁੰਦਾ ਜੀ, ਜਿਹਦੇ ਵਿੱਚ ਤੁਸੀਂ ਮੈਰਿਜ ਹੋ ਜਾਂ ਅਨਮੈਰਿਡ ਹੋ, ਇਹਦੇ ਵਿੱਚ ਤੁਸੀਂ ਆਪਣੀ ਡਾਕੂਮੈਂਟ ਵਗੈਰਾ ਸਾਰੇ ਸੰਭਾਲ ਕੇ ਲਾ ਸਕਦੇ ਹੋ, ਜਿੱਦਾਂ ਕਿ ਸਰਟੀਫਿਕੇਟ ਮੈਰਿਜ ਹੋ ਗਿਆ, ਸਰਟੀਫਿਕੇਟ ਬਰਥ ਸਰਟੀਫਿਕੇਟ ਬੱਚਿਆਂ ਦਾ ਹੋ ਗਿਆ, ਇਸ ਤਰ੍ਹਾਂ ਦਾ ਕੋਈ ਵੀ ਜਿੱਦਾਂ ਕਿ ਡੈਥ ਸਰਟੀਫਿਕੇਟ ਜਾਂ ਸਪੋਜ਼ ਦਾ ਹੋਵੇ, ਜੋ ਵੀ ਜਾਣਕਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਇਸ ਦੇ ਨਾਲ ਰਿਲੇਟਡ ਤੁਸੀਂ ਸਾਰੀਆਂ ਇਸ ਦੇ ਵਿੱਚ ਲਾ ਸਕਦੇ ਹੋ। ਉਸ ਤੋਂ ਬਾਅਦ ਇੱਕ ਚੈੱਕ ਲਿਸਟ ਹੁੰਦੀ ਹੈ, ਤੁਸੀਂ ਉਸ ਨੂੰ ਇਸ ਦੇ ਵਿੱਚ ਐਡ ਕਰ ਲੈਣਾ, ਉਹਦੇ ਵਿੱਚ ਸਾਰੀ ਟਿਕ ਮਾਰਕ ਕਰ ਦੇਣਾ ਕਿਹੜੇ ਕਿਹੜੇ ਤੁਸੀਂ ਡਾਕੂਮੈਂਟ ਲਾਏ ਹਨ ਅਤੇ ਉਸ ਨੂੰ ਇਸ ਦੇ ਵਿੱਚ ਲਾ ਕੇ। ਹੁਣ ਗੱਲ ਕਰਦੇ ਹਾਂ ਜੀ, ਜੇ ਕੋਈ ਬੰਦਾ ਐਂਪਲੋਈ ਹੈ ਕਿਸੇ ਫਰਮ ਦੇ ਵਿੱਚ ਕੰਮ ਕਰਦਾ, ਉਸ ਨੂੰ ਜਿਹੜੀ ਇੱਕ ਪਰਮਿਸ਼ਨ ਲੈਣੀ ਪੈਂਦੀ ਹੈ ਛੁੱਟੀਆਂ ਦੀ, ਆਪਣੇ ਜਿਹੜਾ ਐਂਪਲੋਇਰ ਹੋਏਗਾ, ਮਾਲਕ ਹੋਏਗਾ, ਅਤੇ ਨਾਲ ਹੀ ਜਿਹੜਾ ਲਾਸਟ 6 ਮਹੀਨੇ ਦੀ ਬੈਂਕ ਸਟੇਟਮੈਂਟ ਹੁੰਦੀ ਹੈ ਜੀ ਉਹ ਵੀ ਆਪਣੇ ਕੋਲ ਬਣਾ ਕੇ ਰੱਖਣੀ ਚਾਹੀਦੀ ਹੈ। ਬਾਕੀ ਕੰਮ ਦਾ ਕੰਟੈਕਟ ਵਗੈਰਾ ਜਿਹੜਾ ਹੁੰਦਾ ਹੈ ਜੋ ਵੀ ਕੋਲ ਹੋਵੇ, ਇਨਕਮ ਟੈਕਸ ਦੀ ਰਿਟਰਨ ਜਿਹਨੂੰ ITR ਫਾਰਮ ਕਹਿੰਦੇ ਆ ਉਹ ਵੀ ਕੋਲ ਹੋਣਾ ਚਾਹੀਦਾ ਹੈ। ਜੇ ਤੁਹਾਡਾ ਆਪਣਾ ਕੰਮ ਹੈ ਤਾਂ ਤੁਸੀਂ ਆਪਣੇ ਬਿਜ਼ਨਸ ਦਾ ਜਿਹੜਾ ਲਾਇਸੈਂਸ ਹੈ ਜੀ ਉਹ ਦਿਖਾ ਸਕਦੇ ਹੋ, ਕੰਪਨੀ ਦੀ ਬੈਂਕ ਸਟੇਟਮੈਂਟ ਜਿਹੜੀ ਲਾਸਟ 6 ਮਹੀਨੇ ਦੀ ਹੈ, ਬਾਕੀ ITR ਇਨਕਮ ਟੈਕਸ ਰਿਟਰਨ। ਜੇ ਤੁਸੀਂ ਸਟੂਡੈਂਟ ਹੋ ਤਾਂ ਤੁਸੀਂ ਜਿਹੜਾ ਆਪਣਾ ਕੋਈ ਜਿਹੜਾ ਉੱਥੇ ਦਾਖਲਾ ਲਿਆ ਹੋਇਆ ਹੈ ਯੂਨੀਵਰਸਿਟੀ ਜਾਂ ਕਿਸੇ ਕਾਲਜ ਦੇ ਵਿੱਚ, ਉਹ ਤੁਸੀਂ ਪ੍ਰੂਫ ਦੇ ਤੌਰ 'ਤੇ ਦਿਖਾਉਣਾ ਹੈ, ਅਤੇ NOC ਦਿਖਾਉਣੀ ਹੈ ਸਕੂਲ ਵਿੱਚੋਂ ਜਾਂ ਯੂਨੀਵਰਸਿਟੀ ਵਿੱਚੋਂ। ਨੋ ਓਬਜੈਕਸ਼ਨ ਸਰਟੀਫਿਕੇਟ ਇਸ ਦਾ ਮਤਲਬ ਹੁੰਦਾ ਹੈ। ਅਤੇ ਐਡਵਰਟਾਈਜ਼ਮੈਂਟ ਵਗੈਰਾ ਜਿਹੜੀ ਤੁਸੀਂ ਕਿਤੇ ਅਖਬਾਰ ਦੇ ਵਿੱਚ ਪੜ੍ਹੀ ਹੋਵੇ ਉਸ ਸੰਸਥਾ ਦੇ ਨਾਲ ਸੰਬੰਧਿਤ ਕੀ ਤੁਹਾਨੂੰ ਉੱਥੇ ਬੁਲਾਇਆ ਜਾ ਰਿਹਾ ਹੈ, ਜੋ ਵੀ ਤੁਹਾਨੂੰ ਕੋਈ ਮਿਲਦਾ ਹੈ ਤੁਸੀਂ ਉਹ ਦਿਖਾਉਣਾ ਹੈ ਉੱਥੇ।
ਜੇ ਤੁਸੀਂ ਰਿਟਾਇਰਮੈਂਟ ਲਈ ਹੋਈ ਹੈ, ਰਿਟਾਇਰਡ ਪਰਸਨ ਹੋ, ਤਾਂ ਫਿਰ ਤੁਸੀਂ ਪੈਨਸ਼ਨ ਸਟੇਟਮੈਂਟ ਜਿਹੜੀ ਲਾਸਟ 6 ਮਹੀਨੇ ਦੀ ਹੈ ਜੀ ਉਸ ਨੂੰ ਤਿਆਰ ਰੱਖਣਾ ਹੈ। ਬਾਕੀ ਜੇ ਤੁਹਾਡੇ ਕੋਲ ਕੋਈ ਪ੍ਰੋਪਰਟੀ ਹੈ, ਉਸ ਦੇ ਉੱਤੇ ਕੋਈ ਰੈਗੂਲਰ ਇਨਕਮ ਤੁਸੀਂ ਲੈ ਰਹੇ ਹੋ, ਤਾਂ ਉਸ ਦੀ ਵੀ 6 ਮਹੀਨੇ ਦੀ ਜਿਹੜੀ ਸਟੇਟਮੈਂਟ ਹੈ ਜੀ ਉਹ ਰੱਖ ਸਕਦੇ ਹੋ ਕੋਲ। ਇਸ ਦੇ ਨਾਲ ਤੁਹਾਨੂੰ ਫਾਇਦਾ ਹੀ ਹੋਵੇਗਾ। ਇਸ ਤਰ੍ਹਾਂ ਇਹ ਸਨ ਕੁਝ ਡਾਕੂਮੈਂਟ ਜਿਹੜੇ ਕਿ ਇਟਲੀ ਦੇ ਵੀਜ਼ੇ ਵਾਸਤੇ ਆਪਾਂ ਨੂੰ ਹਮੇਸ਼ਾ ਤਿਆਰ ਰੱਖਣੇ ਚਾਹੀਦੇ ਨੇ ਜੇ ਕੋਈ ਬੰਦਾ ਇੱਥੇ ਆਉਣਾ ਚਾਹੁੰਦਾ ਸ਼ੈਂਗਨ ਵੀਜ਼ੇ ਦੇ ਉੱਤੇ। ਅਤੇ ਕੁਝ ਰਿਕੁਆਇਰਮੈਂਟ ਜਿਹੜੀਆਂ ਹੁੰਦੀਆਂ ਨੇ, ਅਗਰ ਬੰਦਾ ਕੋਈ ਵੀ ਇਹਨਾਂ ਨੂੰ ਦੇਖ ਕੇ ਚੈੱਕ ਕਰ ਸਕਦਾ ਕਿ ਉਹ ਇਹਨਾਂ ਸ਼ਰਤਾਂ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਪੂਰੀਆਂ ਕਰ ਸਕਦਾ ਜਾਂ ਨਹੀਂ ਕਰ ਸਕਦਾ। ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਸਕਦੇ ਹੋ। ਧੰਨਵਾਦ ਜੀ।